आप लिहो तुम कथा सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਤਿਗੁਰ ਕੀ ਮਰਜ਼ੀ ਲਈ ਪਿਸ਼ਨ ਸਿੰਘ ਮਹਿਪਾਲ ਕਰਿਓ ਕੂਚ ਆਗੇ ਚਲਿਓ ਲਖਹ ਮਹਿਮ ਬਿਸਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਅਤਿਅੰਤ ਵਡਭਾਗੇ ਹੋ। ਗੁਰੂ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਸੁਭਾਏਮਾਨ ਹੋ ਕੇ ਸਤਿਗੁਰੂ ਜੀ ਦਾ ਪਾਵਨ ਇਤਿਹਾਸ ਬੜੇ ਪ੍ਰੇਮ ਨਾਲ ਸਰਵਣ ਕਰਦੇ ਹੋ। ਗੁਰੂ ਕੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ ਹੈ। ਆਓ ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ 'ਚ ਸੁਰਤੀ ਜੋੜੀਏ। ਰਾਜੇ ਬਿਸ਼ਨ ਸਿੰਘ ਨੇ ਗੁਰੂ ਸਾਹਿਬ ਜੀ ਨੂੰ ਨਾਲ ਜਾਣ ਵਾਸਤੇ ਰਾਜੀ ਕਰ ਲਿਆ ਹੈ। ਸਤਿਗੁਰਾਂ ਦੀ ਮਰਜ਼ੀ ਹੋ ਗਈ ਹੈ ਨਾਲ ਜਾਣ ਦੀ ਪੂਰਬ ਦੇਸ਼ ਵੱਲ। ਤਾਂ ਰਾਜਾ ਬਿਸ਼ਨ ਸਿੰਘ ਬੜਾ ਖੁਸ਼ ਹੋਇਆ ਹੈ। ਉਸ ਤੋਂ ਅਗਲੀ ਕਥਾ ਪ੍ਰੇਮ ਨਾਲ ਸਰਵਣ ਕਰੀਏ। ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰ ਕੀ ਮਰਜ਼ੀ ਲਈ ਸਤਿਗੁਰੂ ਮਹਾਰਾਜ ਦੀ ਆਗਿਆ ਹੋ ਗਈ ਹੈ। ਸਤਿਗੁਰੂ ਜੀ ਨੇ ਸਹਿਮਤੀ ਪ੍ਰਗਟਾ ਦਿੱਤੀ ਹੈ ਨਾਲ ਜਾਣ ਦੀ। ਪਿਸ਼ਨ ਸਿੰਘ ਮਹਿਪਾਲ ਰਾਜੇ ਬਿਸ਼ਨ ਸਿੰਘ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਹੈ। ਕਰਿਓ ਕੂਚ ਆਗੇ ਚਲਿਓ ਤੇ ਗੁਰੂ ਸਾਹਿਬ ਜੀ ਦੇ ਨਾਲ ਹਮਰਕਾਬ ਹੋ ਕੇ ਰਾਜਾ ਅਗਾਂਹ ਨੂੰ ਪੂਰਬ ਦੇਸ਼ ਵੱਲ ਨੂੰ ਤੁਰ ਪਿਆ ਹੈ। ਲਖਹ ਮਹਿਮ ਬਿਸਾਲ ਬੜੀ ਵੱਡੀ ਮੁਹਿੰਮ ਜਾ ਰਹੀ ਹੈ। ਬਾਦਸ਼ਾਹ ਔਰੰਗਜ਼ੇਬ ਦੀਆਂ ਫੌਜਾਂ ਦਿੱਲੀ ਤੋਂ ਤੁਰੀਆਂ ਹੋਈਆਂ ਪਟਨੇ ਤੱਕ ਪਹੁੰਚੀਆਂ ਤੇ ਪਟਨੇ ਤੋਂ ਹੁਣ ਰਾਜਾ ਰਾਮ ਸਿੰਘ ਬਿਸ਼ਨ ਸਿੰਘ ਦੀ ਅਗਵਾਈ ਵਿੱਚ ਇਹ ਅਸਾਮ ਬ੍ਰਹਮਪੁੱਤਰ ਵੱਲ ਜਾ ਰਹੇ ਹਨ। ਚੌਪਈ ਸ੍ਰੀ ਗੁਰੂ ਤੇਗ ਬਹਾਦਰ ਸੰਗ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਚਲੇ ਅਰੂੜਤ ਹੋਏ ਤੁਰੰਗ। ਰਾਜਾ ਬਿਸ਼ਨ ਸਿੰਘ ਆਪਣੀਆਂ ਫੌਜਾਂ ਸਮੇਤ ਚੜ੍ਹਿਆ ਹੈ। ਬੜੀ ਭਾਰੀ ਫੌਜ ਰਵਾਨਾ ਹੋਈ ਹੈ। ਕੇਤਕ ਸਿੱਖ ਫਕੀਰਨ ਬ੍ਰਿੰਦ ਬਹੁਤ ਸਾਰੇ ਸਿੱਖ ਫਕੀਰ ਸਾਧੂ ਸੰਤ ਮਹਾਤਮਾ ਨਾਲ ਹਨ। ਚਲੇ ਸੰਗ ਗੁਰ ਧਰੇ ਆਨੰਦ ਗੁਰੂ ਸਾਹਿਬ ਸਾਰਿਆਂ ਦੇ ਨਾਲ ਹਮਰਕਾਬ ਹੋ ਕੇ ਬੜੇ ਆਨੰਦ ਨਾਲ ਜਾ ਰਹੇ ਹਨ। ਮਾਤ ਨਾਨਕੀ ਕੋ ਕਰ ਬੰਧਨ ਮਾਤਾ ਨਾਨਕੀ ਜੀ ਨੂੰ ਨਮਸਕਾਰ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੁਰ ਪਏ ਹਨ। ਸ਼੍ਰੀ ਗੁਜਰੀ ਕੋ ਕਰ ਅਭਿਨੰਦਨ ਔਰ ਆਪਣੀ ਧਰਮ ਪਤਨੀ ਮਾਤਾ ਗੁਜਰੀ ਜੀ ਨੂੰ ਵੀ ਬੜੇ ਪਿਆਰ ਨਾਲ ਹੌਸਲੇ ਨਾਲ ਪਰਮੇਸ਼ਰ ਦਾ ਭਜਨ ਕਰਨ ਦੀ ਪ੍ਰੇਰਣਾ ਦੇ ਕੇ ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਕਹਿ ਕੇ ਵੀ ਅਸੀਂ ਛੇਤੀ ਮੁੜ ਆਵਾਂਗੇ, ਤੁਹਾਨੂੰ ਸਮੇਂ ਅਨੁਸਾਰ ਦਰਸ਼ਨ ਦੇਵਾਂਗੇ। ਸਤਿਗੁਰੂ ਜੀ ਆਪਣੀ ਧਰਮ ਪਤਨੀ ਮਾਤਾ ਗੁਜਰੀ ਜੀ ਨੂੰ ਆਸ਼ਵਾਸਨ ਦੇ ਕੇ ਚੱਲੇ ਹਨ। ਆਦ ਕਿਰਪਾਲ ਜੋ ਗੁਜਰੀ ਭਰਾਤਾ ਮਾਮਾ ਕਿਰਪਾਲ ਚੰਦ ਵਰਗੇ ਜਿਹੜੇ ਮਾਤਾ ਗੁਜਰੀ ਦੇ ਭਾਈ ਹਨ, ਦੇ ਧੀਰਜ ਸਭ ਕੋ ਬਖਿਆਤਾ ਉਹਨਾਂ ਨੂੰ ਵੀ ਪਟਨੇ ਸਾਹਿਬ ਵੀ ਛੱਡ ਦਿੱਤਾ ਹੈ। ਹੌਸਲਾ ਦਿੱਤਾ ਹੈ ਵੀ ਤੁਸੀਂ ਪਰਿਵਾਰ ਦੇ ਨਾਲ ਰਹਿਣਾ ਹੈ। ਇੱਥੇ ਮਾਤਾ ਗੁਜਰੀ ਜੀ ਰਹਿਣੇ ਹਨ, ਮਾਤਾ ਨਾਨਕੀ ਜੀ ਉਹਨਾਂ ਦੀ ਸੇਵਾ ਵਿੱਚ ਤੁਸੀਂ ਰਹਿਣਾ ਹੈ। ਤਾਂ ਮਾਮਾ ਕਿਰਪਾਲ ਚੰਦ ਜੀ ਇੱਥੇ ਹੀ ਸ੍ਰੀ ਪਟਨੇ ਸਾਹਿਬ ਹੀ ਰੁਕ ਗਏ ਹਨ। ਸੰਗਤ ਕੋ ਹਿਤ ਸੇਵਕ ਹੈ ਕੈ ਸੰਗਤ ਨੂੰ ਸੇਵਾ ਦਾ ਪਹਿਰਾ ਲਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਕੇ ਵੀ ਤੁਸੀਂ ਹੁਣ ਸੇਵਾ ਸੰਭਾਲ ਕਰਨੀ। ਸਾਡੇ ਪਰਿਵਾਰ ਦੀ ਸਾਹਿਬਜ਼ਾਦੇ ਦਾ ਜਨਮ ਹੋਣਾ ਹੈ, ਉਸ ਤੋਂ ਪਹਿਲਾਂ ਜੋ ਸਾਰੀਆਂ ਸੇਵਾਵਾਂ ਹਨ ਉਹ ਵੀ ਮਹਾਰਾਜ ਨੇ ਸੰਗਤ ਦੀ ਜ਼ਿੰਮੇਵਾਰੀ ਲਾ ਦਿੱਤੀ ਹੈ। ਸਭ ਪਰ ਖੁਸ਼ੀ ਕਰੀ ਸਿੱਖ ਲਹਿ ਕੈ ਪਟਨੇ ਸਾਹਿਬ ਵਾਲਿਆਂ ਨੂੰ ਆਪਣੇ ਪ੍ਰੇਮੀ ਸਿੱਖ ਜਾਣ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਰਿਆਂ ਨੂੰ ਖੁਸ਼ੀਆਂ ਵੰਡੀਆਂ ਹਨ। ਚਲੇ ਅਗਾਰੀ ਸ੍ਰੀ ਗੁਰ ਧੀਰ ਤੇ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਗੇ ਨੂੰ ਭਾਵ ਪੂਰਬ ਵਾਲੇ ਪਾਸੇ ਨੂੰ ਪਟਨਾ ਸਾਹਿਬ ਤੋਂ ਵੀ ਪਰਾਂ ਨੂੰ ਤੁਰ ਪਏ ਹਨ, ਅਸਾਮ ਵਾਲੇ ਪਾਸੇ ਨੂੰ। ਸਾਥ ਨਿਰਪਤ ਅਰ ਸੈਨਾ ਭੀਰ ਰਾਜੇ ਦੇ ਬਿਸ਼ਨ ਸਿੰਘ ਦੇ ਨਾਲ ਬੜੀ ਭਾਰੀ ਫੌਜ ਹੈ, ਰਾਜਾ ਵੀ ਹੈ ਤੇ ਰਾਜੇ ਦੀ ਫੌਜ ਵੀ ਗੁਰੂ ਸਾਹਿਬ ਦੇ ਨਾਲ ਨਾਲ ਤੁਰੀ ਜਾਂਦੀ ਹੈ। ਚਾਲੇ ਸਨਮੁਖ ਦੇਸ਼ ਬੰਗਾਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਰਾਜੇ ਬਿਸ਼ਨ ਸਿੰਘ ਦੇ ਨਾਲ ਹਮਰਕਾਬ ਹੋ ਕੇ ਅਸਾਮ ਦੇਸ਼ ਬੰਗਾਲ ਦੇਸ਼ ਵੱਲ ਜਾ ਰਹੇ ਹਨ। ਦੁੰਦਬ ਬਾਜੇ ਸ਼ਬਦ ਵਿਸਾਲੇ ਬੜੇ ਨਗਾਰੇ ਵੱਜ ਰਹੇ ਹਨ, ਢੋਲ ਵੱਜ ਰਹੇ ਹਨ, ਫੀਰੀਆਂ ਵੱਜ ਰਹੀਆਂ ਹਨ। ਬੜੇ ਬਾਜਿਆਂ ਗਾਜਿਆਂ ਨਾਲ ਬਾਦਸ਼ਾਹ
ਔਰੰਗਜ਼ੇਬ ਦੀ ਫੌਜ ਰਾਜਾ ਬਿਸ਼ਨ ਸਿੰਘ ਲਈ ਜਾਂਦਾ ਹੈ। ਹਤੋ ਮੰਗੇਰ ਨਗਰ ਇੱਕ ਭਾਰੇ, ਰਸਤੇ ਵਿੱਚ ਪਟਨੇ ਤੋਂ ਪਰਲੇ ਪਾਸੇ ਇੱਕ ਬੜਾ ਵੱਡਾ ਪੁਰਾਤਨ ਨਗਰ ਹੈ ਜਿਸ ਨੂੰ ਮੁੰਗੇਰ ਕਹਿੰਦੇ ਹਨ। ਮੁੰਗੇਰ ਨਗਰ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਪਹੁੰਚੇ ਹਨ। ਬਸਹ ਬਰਿੰਦ ਨਰ ਗੰਗ ਕਿਨਾਰੇ, ਗੰਗਾ ਦੇ ਕਿਨਾਰੇ ਤੇ ਮੁੰਗੇਰ ਸ਼ਹਿਰ ਹੈ। ਇਹ ਸਾਰੇ ਸ਼ਹਿਰ ਸਾਧ ਸੰਗਤ ਜੀ ਗੰਗਾ ਦੇ ਕਿਨਾਰੇ ਤੇ ਪੈਂਦੇ ਆ। ਜੋ ਇਲਾਹਾਬਾਦ, ਪ੍ਰਯਾਗ, ਤ੍ਰਿਵੇਣੀ ਉਹ ਵੀ ਗੰਗਾ ਦੇ ਕਿਨਾਰੇ ਤੇ ਹੈ। ਫਿਰ ਬਨਾਰਸ ਗੰਗਾ ਦੇ ਕਿਨਾਰੇ ਤੇ ਹੈ। ਫਿਰ ਪਟਨਾ ਵੀ ਗੰਗਾ ਦੇ ਕਿਨਾਰੇ ਤੇ ਹੈ ਤੇ ਮੁੰਗੇਰ ਵੀ ਗੰਗਾ ਦੇ ਕਿਨਾਰੇ ਤੇ ਹੈ। ਸ਼੍ਰੀ ਸਤਿਗੁਰ ਤਹ ਉਤਰੇ ਜਾਏ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਸ਼ਹਿਰ ਦੇ ਵਿੱਚ ਜਾ ਉਤਰੇ ਹਨ। ਸੰਗਤ ਸੁਨ ਆਈ ਸਮੁਦਾਏ, ਮੁੰਗੇਰ ਦੀਆਂ ਸੰਗਤਾਂ ਨੂੰ ਪਤਾ ਲੱਗਾ ਸਾਡੇ ਸਤਿਗੁਰੂ ਆਏ ਹਨ। ਮੁੰਗੇਰ ਦੀਆਂ ਸੰਗਤਾਂ ਮਹਾਰਾਜ ਦਾ ਸਵਾਗਤ ਕਰਨ ਲਈ ਆ ਪਹੁੰਚੀਆਂ ਹਨ। ਨਾਨਾ ਪਾਂਤ ਉਪਾਇਨ ਆਨੀ, ਨਾਨਾ ਪ੍ਰਕਾਰ ਦੀਆਂ ਪ੍ਰੇਮ ਭੇਟਾਵਾਂ ਲੈ ਕੇ ਆਏ ਹਨ ਸਿੱਖ। ਧਰ ਸ਼ਰਧਾ ਪਦ ਬੰਧਨ ਠਾਨੀ, ਔਰ ਬੜੀ ਸ਼ਰਧਾ ਨਾਲ ਮਹਾਰਾਜ ਦੇ ਚਰਨਾਂ 'ਚ ਇਹ ਸੋਹਣੇ ਸੋਹਣੇ ਪਦਾਰਥ, ਸੋਹਣੀਆਂ ਸੋਹਣੀਆਂ ਵਸਤੂਆਂ ਭੇਟਾਵਾਂ ਰੱਖ ਕੇ ਨਮਸਕਾਰ ਕੀਤੀ ਹੈ। ਜੋ ਜੋ ਜਿਸ ਜਿਸ ਗੁਰ ਹਿਤ ਧਰਿਓ, ਜੋ ਜੋ ਕੋਈ ਸਿੱਖ ਗੁਰੂ ਵਾਸਤੇ ਭੇਟਾ ਲੈ ਕੇ ਆਇਆ ਹੈ ਪ੍ਰੇਮ ਦੇ ਨਾਲ ਉਹਨਾਂ ਨੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਪਣ ਕਰ ਦਿੱਤੀਆਂ ਹਨ। ਤਤ ਛਿਨ ਆਨਸ ਅਰਪਣ ਕਰਿਓ, ਉਸੇ ਵੇਲੇ ਲਿਆ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣੀਆਂ ਪ੍ਰੇਮ ਭੇਟਾਵਾਂ ਅਰਪਣ ਕਰਦੇ ਹਨ ਸਿੱਖ ਮੁੰਗੇਰ ਵਾਸੀ। ਸਭ ਪਰ ਜਥਾ ਉਚਿਤ ਗੁਣ ਖਾਨੀ, ਸਤਿਗੁਰੂ ਜੀ ਨੇ ਸਾਰਿਆਂ ਤੇ ਕਿਰਪਾ ਕੀਤੀ ਹੈ। ਜੈਸੀ ਜੈਸੀ ਭਾਵਨਾ ਸੀ ਸਿੱਖਾਂ ਦੀ ਸਤਿਗੁਰੂ ਜੀ ਨੇ ਭਾਵਨਾ ਪੂਰਨ ਕੀਤੀ ਹੈ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰਾਖੈ, ਤਾਹੇ ਗੁਰੂ ਸਰਬ ਨਿਧਾਨ ਦਾਨ ਦੇਤ ਹੈ। ਸਿੱਖ ਭਾਵਨਾ ਦੇ ਨਾਲ ਇੱਕ ਕੌਡੀ ਗੁਰੂ ਦੇ ਅੱਗੇ ਮੱਥਾ ਟੇਕਦਾ ਹੈ, ਇੱਕ ਦਮੜੀ, ਇੱਕ ਡਾਲਰ, ਇੱਕ ਪੈਨੀ ਮੱਥਾ ਟੇਕਦਾ ਹੈ ਤੇ ਗੁਰੂ ਉਸ ਸਿੱਖ ਨੂੰ ਉਹਦੀ ਭਾਵਨਾ ਵੇਖ ਕੇ ਸਾਰੇ ਖਜ਼ਾਨੇ ਬਖਸ਼ ਦਿੰਦਾ ਹੈ। ਸੱਚੇ ਪਾਤਸ਼ਾਹ ਜੀ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬੰਗਲਾਦੇਸ਼ ਦੇ, ਅਸਾਮ ਦੇਸ਼ ਦੇ ਲੋਕਾਂ ਤੇ ਬੜੀ ਕਿਰਪਾ ਕੀਤੀ ਸੀ। ਸੋ ਰਸਤੇ ਵਿੱਚ ਜਾਂਦੇ ਹਨ, ਜਿਹੜੇ ਜਿਹੜੇ ਸ਼ਹਿਰ ਆਏ ਹਨ, ਮੁੰਗੇਰ ਸ਼ਹਿਰ ਦੀਆਂ ਸੰਗਤਾਂ ਨੂੰ ਵੀ ਦਰਸ਼ਨ ਦੇ ਕੇ ਤਾਰ ਦਿੱਤਾ ਹੈ। ਕਰੀ ਖੁਸ਼ੀ ਇਸ਼ ਪੂਰਨ ਠਾਨੀ, ਜਿਹੜੀ ਜਿਹੜੀ ਕਿਸੇ ਨੇ ਇੱਛਾ ਕੀਤੀ ਹੈ ਮਹਾਰਾਜ ਨੇ ਖੁਸ਼ੀਆਂ ਕਰਕੇ ਸਭ ਦੀਆਂ ਮਨੋਕਾਮਨਾ ਪੂਰਨ ਕਰ ਦਿੱਤੀਆਂ ਹਨ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਤੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਹੈ ਮੇਰੇ ਮਨਾ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸਭ ਦੀਆਂ ਮਨੋਕਾਮਨਾ ਪੂਰੀਆਂ ਕਰਦੇ ਹਨ। ਕੇਤਕ ਬਾਸੁਰ ਕੀਨਸ ਬਾਸਾ, ਤੇ ਕੁਝ ਦਿਨ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉੱਥੇ ਪੜਾ ਰੱਖਿਆ ਹੈ, ਡੇਰਾ ਕੀਤਾ ਹੈ ਮੁੰਗੇਰ ਸ਼ਹਿਰ ਦੇ ਵਿੱਚ। ਸਿੱਖੀ ਪੰਥ ਵਿਸ਼ਾਲ ਪ੍ਰਕਾਸ਼ਾ, ਤੇ ਸਿੱਖੀ ਦਾ ਬੂਟਾ ਬੜਾ ਲਾਇਆ ਹੈ। ਮਹਾਰਾਜ ਨੇ ਸਿੱਖੀ ਦੇ ਪੰਥ ਦਾ ਬੜਾ ਪ੍ਰਕਾਸ਼ ਕੀਤਾ ਹੈ। ਲੋਕਾਂ ਨੂੰ ਭਜਨ ਬੰਦਗੀ ਨਾਲ, ਸੇਵਾ ਸਿਮਰਨ ਨਾਲ ਜੋੜਿਆ ਹੈ। ਸਤਿਨਾਮ ਕੋ ਸਿਮਰਨ ਦੀਨ, ਸਤਨਾਮ ਸ੍ਰੀ ਵਾਹਿਗੁਰੂ 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 ਦਾ ਸਿਮਰਨ ਕਰਨੇ ਲਾਇਆ। ਇਹ ਭਾਈ ਸੰਸਾਰ ਦੇ ਵਿੱਚ ਆਏ ਹੋ, ਜਿੰਨਾ ਛੇਤੀ ਹੋ ਸਕਦਾ ਆਪਣੇ ਵਾਸਤੇ ਇਕੱਠਾ ਕਰ ਲੋ ਨਾਮ ਧਨ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ। ਛਿਨ ਛਿਨ ਔਧ ਬਿਹਾਤ ਹੈ, ਫੂਟੇ ਘਟ ਜਿਉ ਪਾਣੀ। ਗੁਰੂ ਤੇਗ ਬਹਾਦਰ ਸਾਹਿਬ ਐਸੀ ਬਾਣੀ ਉਚਾਰਦੇ ਬੈਰਾਗਮਈ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਕਹੋ ਨਾਨਕ ਹਰਿ ਭਜ ਮਨਾ, ਜੇ ਬਿਦ ਜਲ ਕੋ ਮੀਨ। ਵਿਖਿਆਨ ਸਿਉ ਕਾਹੇ ਰਚਿਓ, ਨਿਮਕ ਨ ਹੋਏ ਉਦਾਸ। ਮਹਾਰਾਜ ਇੱਦਾਂ ਦੇ ਬਚਨ, ਇਹੋ ਜਿਹੇ ਸ਼ਬਦਾਂ ਦੇ ਤੀਰ ਮਾਰਦੇ ਹਨ ਬਾਣੀ ਦੁਆਰਾ। ਹਰ ਇੱਕ ਬੰਦੇ ਦੀ ਰਸਨਾ ਵਾਹਿਗੁਰੂ 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 ਜਪਣ ਲੱਗ ਜਾਂਦੀ ਹੈ। ਨਿਜ ਸੰਗਤ ਕੀ ਛਰਿਆ ਸੋ ਕੀਨ, ਆਪਣੀਆਂ ਸੰਗਤਾਂ ਦਾ ਕਲਿਆਣ ਕਰਦੇ ਹਨ ਸਤਿਗੁਰੂ, ਨਾਮ ਨਾਲ ਜੋੜਦੇ ਹਨ ਸਤਿਗੁਰੂ। ਪੁਨ ਪ੍ਰਸਥਾਨੇ ਗੁਰੂ ਅਗਾਰੀ, ਫਿਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਇਥੋਂ ਮੁੰਗੇਰ ਤੋਂ ਵੀ ਅੱਗੇ ਨੂੰ ਚਾਲਾ ਪਾਇਆ ਹੈ। ਲਸ਼ਕਰ ਭੂਪ ਸਮੇਤ ਪਛਾਰੀ, ਪਿੱਛੇ ਪਿੱਛੇ ਰਾਜਾ ਬਿਸ਼ਨ ਸਿੰਘ ਦੀਆਂ ਫੌਜਾਂ, ਬੜੇ ਬੜੇ ਵੱਡੇ ਤੋਪਖਾਨੇ, ਹਾਥੀ, ਘੋੜੇ,
ਬਹੁਤ ਵੱਡਾ ਲਾਓ ਲਸ਼ਕਰ, ਲੱਖਾਂ ਦੀ ਤਾਦਾਦ ਵਿੱਚ ਫੌਜਾਂ ਜਾ ਰਹੀਆਂ ਹਨ। ਹੋਤ ਕੋਲਾਹਲ ਬਜਤ ਨਗਾਰੇ, ਨਗਾਰੇ ਵੱਜ ਰਹੇ ਹਨ, ਬਹੁਤ ਜ਼ਿਆਦਾ ਕੋਲਾਹਲ ਹੋ ਰਿਹਾ ਹੈ। ਘੋੜੇ ਹਿਣਕਦੇ ਹਨ, ਹਾਥੀ ਚੰਗਾੜਦੇ ਹਨ, ਕਿਤੇ ਊਂਠਾਂ ਦੀਆਂ ਕਤਾਰਾਂ ਤੁਰੀਆਂ ਆਉਂਦੀਆਂ ਨੇ, ਕਿਤੇ ਘੋੜਿਆਂ ਦੀਆਂ, ਕਿਤੇ ਹਾਥੀਆਂ ਦੀਆਂ ਲੈਣਾ ਲੱਗੀਆਂ ਫੌਜਾਂ ਦੂਰ ਦੂਰ ਤੱਕ ਨਜ਼ਰ ਆਉਂਦੀਆਂ ਹਨ। ਬਰਿੰਦ ਤਰੰਗ ਹਰੇਖਾ ਤਾਰੇ, ਬਹੁਤ ਸਾਰੇ ਘੋੜੇ ਹਿਣਕਦੇ ਹਨ ਜਦੋਂ, ਤੇ ਉਹਨਾਂ ਦੇ ਪੌੜ ਧਰਤੀ ਤੇ ਵੱਜਦੇ ਹਨ। ਕੋਈ ਕਹੀ ਹੋਈ ਗੱਲ ਸੁਣਾਈ ਨਹੀਂ ਦਿੰਦੀ। ਇੰਨਾ ਵੱਡਾ ਲਸ਼ਕਰ ਬਾਦਸ਼ਾਹ ਦਾ ਰਾਜਾ ਬਿਸ਼ਨ ਸਿੰਘ ਦੇ ਨਾਲ ਜਾ ਰਿਹਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਨਾਲ ਲੈ ਕੇ ਰਾਜਾ ਜਾ ਰਿਹਾ ਹੈ। ਗੁੰਜਰ ਚਲਹਿ ਉਤੰਗ ਮਹਾਨੇ, ਬੜੇ ਬੜੇ ਵੱਡੇ ਹਾਥੀ ਤੁਰਦੇ ਨੇ, ਉੱਤੇ ਝੰਡੇ ਝੂਲਦੇ ਨੇ। ਇੰਜ ਲੱਗਦਾ ਜਿਵੇਂ ਪਹਾੜਾਂ ਨੂੰ ਖੰਭ ਲੱਗ ਗਏ ਹੋਣ, ਪਹਾੜ ਉੱਡਦੇ ਆ ਰਹੇ ਹੋਣ। ਭਾਵ ਹਾਥੀ ਪਹਾੜਾਂ ਦੀ ਤਰ੍ਹਾਂ ਵੱਡੇ ਵੱਡੇ ਵਿਸ਼ਾਲ ਕਾਏ ਹਾਥੀ ਹਨ। ਹੌਦਾ ਝੂਲਤ ਚਾਦਰ ਸਾਨੇ, ਕਹਿੰਦੇ ਉੱਤੇ ਹੌਦੇ ਟਿਕਾਏ ਹੋਏ ਨੇ, ਚਾਦਰਾਂ ਲੱਗੀਆਂ ਪਾਸੇ, ਦੋਵਾਂ ਪਾਸਿਆਂ ਤੇ ਝੁੱਲਾਂ ਪਾਈਆਂ ਹੋਈਆਂ, ਵਿੱਚ ਕੱਚ ਦੇ ਤੇ ਜਰੀਦਾਰ ਕੱਪੜੇ ਦੇ ਨਾਲ ਕਢਾਈਆਂ ਕੱਢੀਆਂ ਹੋਈਆਂ। ਦੂਰੋਂ ਲਿਸ਼ਕਾਰੇ ਪੈਂਦੇ ਆ ਵੀ ਬਾਦਸ਼ਾਹੀ ਲਸ਼ਕਰ ਦੇ ਹਾਥੀ ਜਾ ਰਹੇ ਨੇ। ਅਨੀਕ ਅਨੀਕ ਮਨੀ ਬਲਸਨੀ, ਬੜੀ ਭਾਰੀ ਬਲਸ਼ਾਲੀ ਫੌਜ ਰਾਜੇ ਦੀ ਜਾ ਰਹੀ ਹੈ, ਜੰਗੀ ਫੌਜ ਜਾ ਰਹੀ ਹੈ। ਜਿਸ ਮਹਿ ਵੱਡੇ ਵੱਡੇ ਗਨ ਧਨੀ, ਬੜੇ ਬੜੇ ਧਨੀ ਲੋਕ ਹਨ, ਰਾਜੇ ਮਹਾਰਾਜੇ ਨਵਾਬ, ਬੜੇ ਬੜੇ ਸਿਪਾਹ ਸਲਾਰ, ਬਾਦਸ਼ਾਹ ਦੇ ਜਗੀਰਦਾਰ, ਫੌਜੀ ਅਫਸਰ। ਕੋਈ 5000 ਹੈ, ਕੋਈ 10,000 ਹੈ, ਕੋਈ 20,000 ਹੈ। ਵੱਡੇ ਵੱਡੇ ਜਰਨਲ ਕਰਨਲ ਜਾ ਰਹੇ ਹਨ। ਰਾਜ ਮਹਿਲ ਪਨ ਪਹੁੰਚੇ ਜਾਏ, ਇਹ ਫੌਜਾਂ ਗੁਰੂ ਸਾਹਿਬ ਦੇ ਨਾਲ ਤੁਰਦੀਆਂ ਤੁਰਦੀਆਂ ਬਿਹਾਰ ਅਸਾਮ ਵੱਲ ਇੱਕ ਸ਼ਹਿਰ ਪੈਂਦਾ ਰਾਜ ਮਹਿਲ, ਪਟਨਾ ਬੰਗੇਰ। ਅੱਗੇ ਫਿਰ ਸਾਧ ਸੰਗਤ ਜੀ ਰਾਜ ਮਹਿਲ ਉੱਥੇ ਜਾ ਪਹੁੰਚੇ ਹਨ। ਗਨ ਉਮਰਾਵ ਸੰਗ ਹਰ ਖਾਏ, ਬਹੁਤ ਵੱਡਾ ਸ਼ਹਿਰ ਰਾਜ ਮਹਿਲ ਹੈ। ਬੜੇ ਬੜੇ ਵੱਡੇ ਅਫਸਰਾਂ ਨਾਲ ਰਾਜਾ ਬਿਸ਼ਨ ਸਿੰਘ ਉੱਥੇ ਪਹੁੰਚਿਆ ਹੈ। ਕੇਤਕ ਚੜੇ ਮਤੰਗਨ ਆਵਤ, ਕਈ ਵੱਡੇ ਵੱਡੇ ਅਫਸਰ ਹਾਥੀਆਂ ਤੇ ਬੈਠੇ ਆ ਰਹੇ ਨੇ। ਕੌਸਿਬ ਕਾ ਪਰ ਥਿਰ ਸੁਖ ਪਾਵਤ, ਕੋਈ ਪਾਲਕੀਆਂ ਦੀ ਸਵਾਰੀ ਕਰਦੇ ਨੇ, ਸੁੱਖ ਲੈਂਦੇ। ਆਰਾਮ ਦੀ ਸਵਾਰੀ ਪਾਲਕੀ ਮੰਨੀ ਜਾਂਦੀ ਹੈ। ਕੇਤਕ ਚਲਤ ਤਰੰਗ ਨਚਾਵਤ, ਕਈ ਘੋੜੇ ਕੁਦਾਂਦੇ ਹੋਏ ਜਾ ਰਹੇ ਨੇ, ਆਪਣੇ ਆਪਣੇ ਘੋੜਿਆਂ ਤੇ ਬੈਠੇ ਹਨ। ਸ਼ਸਤਰ ਬਸਤਰ ਸ਼ਬ ਪਹਿਰ ਸੁਹਾਵਤ, ਬੜੇ ਬੜੇ ਸੋਹਣੇ ਬਸਤਰ ਸ਼ਸਤਰ ਉਹਨਾਂ ਸੂਰਮਿਆਂ ਨੇ ਪਹਿਨੇ ਹੋਏ ਹਨ। ਤੰਬੂ ਤਹਾਂ ਪਹੁੰਚ ਲਗਵਾਏ, ਜਦੋਂ ਰਾਜ ਮਹਿਲ ਪਹੁੰਚੇ ਹਨ, ਰਾਜੇ ਬਿਸ਼ਨ ਸਿੰਘ ਨੇ ਆਪਣੀਆਂ ਫੌਜਾਂ ਨੂੰ ਛਾਉਣੀ ਪਾਉਣ ਦਾ ਹੁਕਮ ਦਿੱਤਾ ਹੈ। ਥਾਂ ਥਾਈਂ ਘੋੜੇ ਤੇ ਉਹਨਾਂ ਦੀਆਂ ਛਾਉਣੀਆਂ, ਤੰਬੂ ਲੱਗ ਗਏ ਹਨ, ਤੋਪਖਾਨੇ ਲੱਗ ਗਏ ਹਨ। ਡੇਰੇ ਮਹਿਕਰ ਬਸੇ ਸਹਾਏ, ਡੇਰੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਤੰਬੂ ਲੱਗੇ ਹਨ। ਸਤਿਗੁਰੂ ਆਪਣੇ ਤੰਬੂ ਵਿੱਚ ਬਿਰਾਜਮਾਨ ਹੋਏ ਹਨ। ਨਹੀਂ ਨਗਰ ਮਹਿ ਪ੍ਰਵੇਸ਼ੇ ਜਾਏ, ਪਰ ਐਤਕੀ ਗੁਰੂ ਸਾਹਿਬ ਰਾਜ ਮਹਿਲ ਨਗਰ 'ਚ ਨਹੀਂ ਗਏ, ਬਾਹਰ ਹੀ ਸ਼ਹਿਰ ਦੇ ਵਿੱਚ, ਜਿਹੜੀ ਸ਼ਹਿਰ ਤੋਂ ਬਾਹਰ ਛਾਉਣੀ ਲਾਈ ਸੀ, ਜਿੱਥੇ ਬਾਦਸ਼ਾਹ ਦੀ ਫੌਜ ਦਾ ਕੈਂਪ ਲੱਗਾ ਸੀ, ਉੱਥੇ ਹੀ ਸਤਿਗੁਰੂ ਜੀ ਨੇ ਆਪਣਾ ਕੈਂਪ ਲਾ ਲਿਆ ਹੈ। ਸੁਨ ਸੰਗਤ ਤਹ ਕੀ ਸਮਦਾਏ, ਰਾਜ ਮਹਿਲ ਦੀ ਸੰਗਤ ਨੂੰ ਪਤਾ ਲੱਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਬਾਦਸ਼ਾਹੀ ਫੌਜਾਂ ਦੇ ਨਾਲ ਆਏ ਹਨ। ਰਾਜਾ ਬਿਸ਼ਨ ਸਿੰਘ ਵੀ ਨਾਲ ਆਇਆ ਹੈ। ਰਾਜ ਮਹਿਲ ਦੀਆਂ ਸੰਗਤਾਂ ਨੇ ਬੜੇ ਪ੍ਰੇਮ ਨਾਲ ਹਾਜ਼ਰੀ ਭਰੀ ਹੈ। ਪੇਟ ਇਕੱਤਰ ਕਰਨ ਕੋ ਲਾਗੇ, ਸ਼ਹਿਰ ਦੇ ਸਿੱਖ ਜਿਹੜੇ ਸਨ ਉਗਰਾਹੀ ਕਰਨ ਲੱਗ ਪਏ। ਕਾਰ ਭੇਟਾ ਦਸਵੰਧ ਗੁਰੂ ਕਾ ਜਿਹੜਾ ਸਿੱਖਾਂ ਦੇ ਘਰਾਂ 'ਚ ਪਿਆ ਹੁੰਦਾ ਹੈ। ਮਹਾਰਾਜ ਦਾ ਹੁਕਮ ਹੈ ਪੰਜਵੇਂ ਪਾਤਸ਼ਾਹ ਦਾ ਵੀ ਹਰ ਇੱਕ ਸਿੱਖ ਆਪਣੀ ਕਮਾਈ ਦਾ 10ਵਾਂ ਹਿੱਸਾ ਧਰਮ ਕਾਰਜਾਂ ਲਈ ਰੱਖੇ। ਜਿੱਥੇ ਕੋਈ ਗੁਰੂ ਘਰ ਦਾ, ਕੋਈ ਲੰਗਰ ਦਾ, ਕੋਈ ਦੇਸ਼ ਦਾ, ਕੋਈ ਕੌਮ ਦਾ ਕੰਮ ਹੈ, ਉੱਥੇ ਉਹ ਮਾਇਆ ਦੇਸ਼ ਕੌਮ ਦੀ, ਲੰਗਰ ਦੀ, ਪ੍ਰਾਣੀ ਮਾਤਰ ਦੀ, ਗੁਰੂ ਦੀ ਸੇਵਾ ਲਈ, ਗੁਰਦੁਆਰਿਆਂ ਦੀ ਸੇਵਾ ਲਈ, ਗੁਰਸਿੱਖਾਂ ਦੀ ਸੇਵਾ ਲਈ ਖਰਚ ਕਰ ਦੇਵੇ। ਸੋ ਸਾਧ ਸੰਗਤ ਜੀ, ਉਹ ਜਿਹੜੀ ਮਾਇਆ ਗੁਰੂ ਸਾਹਿਬ ਜੀ ਦੇ ਵਾਸਤੇ ਰੱਖੀ ਹੋਈ ਸੀ, ਨਹਿ ਪਹੁੰਚੇ ਟਿਕ ਕਰ ਅਨੁਰਾਗੇ, ਕਹਿੰਦੇ ਉਹ ਇਕੱਠੀ ਕਰਨ ਲੱਗ ਪਏ। ਗੁਰੂ ਸਾਹਿਬ ਦੇ ਕੋਲ ਪ੍ਰੇਮ ਨਾਲ ਨਹੀਂ ਆਏ। ਕਰਹਸ ਤਿਆਰੀ ਐਬੋ ਜਾਵਦ, ਕਹਿੰਦੇ ਤਿਆਰੀ ਕਰ ਰਹੇ ਜਿੰਨਾ ਚਿਰ ਗੁਰੂ ਸਾਹਿਬ ਆਉਂਦੇ ਹਨ। ਗਮਨੇ ਆਗੇ ਸਤਿਗੁਰ ਤਾਵਦ, ਜਿੰਨੇ ਨੂੰ ਉਹ ਮਿਲਣ ਦੀ ਤਿਆਰੀ ਕਰਨ ਲੱਗੇ ਵੀ ਅਸੀਂ ਮਿਲਾਂਗੇ, ਕਈ ਬੰਦੇ ਢਿੱਲੇ ਹੁੰਦੇ ਆ, ਉਹ ਮਾਇਆ ਹੀ ਇਕੱਠੀ ਕਰਦੇ ਰਹਿ ਗਏ।
ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਛਾਉਣੀ ਤੋਂ ਬਾਹਰੋਂ ਬਾਹਰ ਅੱਗੇ ਨੂੰ ਚਾਲੇ ਪਾ ਦਿੱਤੇ। ਉਹ ਗੁਰੂ ਸਾਹਿਬ ਨੂੰ ਮਿਲਣ ਵੀ ਨਹੀਂ ਆ ਸਕੇ। ਨਹਿ ਪ੍ਰੇਮੀ ਸਿੱਖ ਤਹਾਂ ਨਿਹਾਰੇ। ਮਹਾਰਾਜ ਨੇ ਵੇਖ ਲਿਆ ਵੀ ਇਹ ਪ੍ਰੇਮੀ ਨਹੀਂ, ਜੇ ਪ੍ਰੇਮੀ ਹੁੰਦੇ ਨਾ ਪਹਿਲਾਂ ਭੱਜ ਕੇ ਸਾਨੂੰ ਮਿਲਦੇ। ਗੁਰੂ ਸਾਹਿਬ ਦੇ ਦਰਸ਼ਨ ਕਰਦੇ, ਭਾਵੇਂ ਦਾਤਣ ਹੀ ਤੋੜ ਕੇ ਗੁਰੂ ਅੱਗੇ ਰੱਖ ਦਈਏ। ਮਾਇਆ ਦਾ ਥੋੜ੍ਹਾ ਭੁੱਖਾ ਤੇ ਪ੍ਰੇਮ ਦਾ ਭੁੱਖਾ ਹੈ। ਇਹ ਮਾਇਆ ਦੇ ਚੱਕਰ 'ਚ ਪੈ ਗਏ ਵੀ ਮਾਇਆ ਇਕੱਠੀ ਕਰਕੇ ਗੁਰੂ ਨੂੰ ਦਿਖਾਵਾਂਗੇ ਵੀ ਅਸੀਂ ਮਾਇਆ ਭੇਟਾ ਕੀਤੀ ਹੈ। ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਨਹੀਂ ਕਰ ਸਕੇ। ਸਾਧ ਸੰਗਤ ਜੀ, ਗੁਰੂ ਮਾਇਆ ਦਾ ਭੁੱਖਾ ਨਹੀਂ ਹੈ, ਗੋਬਿੰਦ ਭਾਉ ਭਗਤ ਦਾ ਭੁੱਖਾ, ਪ੍ਰੇਮ ਦਾ ਭੁੱਖਾ ਹੈ। ਸੋ ਰਾਜ ਮਹਿਲ ਵਾਲਿਆਂ ਨੂੰ ਮਹਾਰਾਜ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਦਰਸ਼ਨ ਦੀਦਾਰ ਵੀ ਘਰ ਆਇਆਂ ਦੇ ਵੀ ਨਹੀਂ ਹੋ ਸਕੇ। ਬਿਨਾ ਮਿਲੇ ਗੁਰ ਅਗਰ ਸਿਧਾਰੇ। ਗੁਰੂ ਮਹਾਰਾਜ ਉਹਨਾਂ ਨੂੰ ਬਿਨਾਂ ਮਿਲੇ ਹੀ ਅੱਗੇ ਚੱਲ ਪਏ ਰਾਜ ਮਹਿਲ ਤੋਂ। ਪਿੱਛੇ ਪਛਤਾਵਤ ਸੋ ਰਹੇ। ਉਹ ਜਿਹੜੇ ਰਾਜ ਮਹਿਲ ਵਾਲੇ ਸਿੱਖ ਸੀ ਨਾ, ਪਿੱਛੋਂ ਸਾਰੀ ਉਮਰ ਪਛਤਾਉਂਦੇ ਰਹੇ। ਕਹਿੰਦੇ ਅਸੀਂ ਕਿੱਡੇ ਢਿੱਲੇ ਰਹੇ ਹਾਂ, ਗੁਰੂ ਸਾਹਿਬ ਸਾਡੇ ਘਰ ਆਏ ਤੇ ਅਸੀਂ ਮਿਲ ਨਹੀਂ ਸਕੇ, ਮਹਾਰਾਜ ਦਾ ਸਵਾਗਤ ਨਹੀਂ ਕਰ ਸਕੇ ਜਾ ਕੇ। ਪਿੱਛੋਂ ਫਿਰ ਪਛਤਾਵਾ ਹੀ ਰਹਿ ਜਾਂਦਾ, ਮੌਕਾ ਨਹੀਂ ਨਾ ਸੰਭਾਲਿਆ। ਇਸੇ ਕਰਕੇ ਸਿਆਣੇ ਕਹਿੰਦੇ ਆ ਵੀ ਸਮੇਂ ਦੀ ਨਜਾਕਤ ਨੂੰ ਸਮਝੋ, ਵਕਤ ਵਿਚਾਰੇ ਸੋ ਬੰਦਾ ਹੋਏ। ਜਿਹੜਾ ਬੰਦਾ ਸਮੇਂ ਨੂੰ ਨਹੀਂ ਨਾ ਵਿਚਾਰ ਸਕਿਆ, ਉਹ ਬੰਦਾ ਹੀ ਨਹੀਂ ਹੈ। ਸੋ ਸੱਚੇ ਪਾਤਸ਼ਾਹ ਦੇ ਪਿਆਰੇ ਸਿੱਖ ਜਿਹੜੇ ਦਰਸ਼ਨ ਕਰਦੇ ਸੀ ਨਾ, ਫਟਾਫਟ ਜਾ ਕੇ ਪਹਿਲੀ ਮਰਜ਼ਾਦਾ ਵੀ ਕੋਈ ਮਹਾਂਪੁਰਸ਼ ਆਵੇ, ਜੇ ਪਹਿਲੀ ਪਤਾ ਹੋਵੇ ਤਾਂ ਪਹਿਲਾਂ ਤਿਆਰੀ ਰੱਖੋ। ਜੇ ਮੰਨ ਲਓ ਆ ਹੀ ਗਿਆ ਤਾਂ ਤਿਆਰੀ ਕੋਈ ਨਹੀਂ, ਤੇ ਫਟਾਫਟ ਆਸਣ ਲਾ ਕੇ ਉਹਨੂੰ ਬਿਠਾਓ ਤੇ ਜਲ ਪਾਣੀ ਛਕਾਓ। ਇਹ ਮਰਜ਼ਾਦਾ ਹੈ। ਗੁਰੂ ਸਾਹਿਬ ਆਏ ਤੇ ਸ਼ਹਿਰ ਵਾਲੇ ਤਿਆਰੀਆਂ ਦੂਜੀਆਂ 'ਚ ਲੱਗੇ ਰਹੇ, ਮਾਇਆ ਇਕੱਠੀ ਕਰਾਂਗੇ, ਗੁਰੂ ਸਾਹਿਬ ਨੂੰ ਦਿਆਂਗੇ। ਤੇ ਉਹ ਮਹਾਰਾਜ ਮਾਇਆ ਦੇ ਭੁੱਖੇ ਥੋੜ੍ਹੇ ਆ। ਮਹਾਰਾਜ ਇੱਕ ਰਾਤ ਰਹਿ ਕੇ ਅੱਗੇ ਚਲੇ ਗਏ। ਪਿੱਛੋਂ ਫਿਰ ਰਾਜ ਮਹਿਲ ਵਾਲੇ ਸੋਚਾਂ 'ਚ ਪਏ ਆ ਵੀ ਸਾਡੇ ਕੋਲੋਂ ਗੁਰੂ ਸਾਹਿਬ ਦੇ ਦਰਸ਼ਨ ਸੇਵਾ ਹੋ ਨਹੀਂ ਸਕੀ। ਮੂਡਨ ਨਹੀਂ ਮਹਾਤਪ ਲਹੇ। ਕਹਿੰਦੇ ਮੂਰਖਾਂ ਨੇ ਮਹਾਂ ਤਪਸਵੀ ਸਤਿਗੁਰੂ ਪਾਤਸ਼ਾਹ ਦਾ ਮਹਾਤਮ ਹੀ ਨਹੀਂ ਜਾਣਿਆ। ਘਰ ਆਏ ਸਤਿਗੁਰੂ ਤੇ ਮੂਰਖ ਸਤਿਗੁਰੂ ਦੀ ਸੇਵਾ ਨਹੀਂ ਕਰ ਸਕੇ, ਸਤਿਗੁਰਾਂ ਦੇ ਖੁਸ਼ੇ ਨਹੀਂ ਲੈ ਸਕੇ। ਪੂਰਬ ਜਨਮ ਹੋਣਾ ਭਾਗ ਉਦੋਤੇ। ਆਹਾ, ਕਵੀ ਜੀ ਲਿਖਦੇ ਆ ਜਿਨ੍ਹਾਂ ਦੇ ਪੂਰਬਲੇ ਕਰਮ ਹੀ ਮਾੜੇ ਹੋਣ, ਭਾਗ ਹੀ ਉਹ ਵਿਚਾਰੇ ਕਿਆ ਕਰੇ ਜਾਂ ਭਾਗ ਧੁਰ ਮੰਦੇ। ਸਾਧ ਸੰਗਤ ਜੀ, ਸਾਡਾ ਨੇਚਰ, ਸਾਡਾ ਸੁਭਾਅ, ਸਾਡੇ ਕਰਮ, ਇਹ ਸਭ ਇੱਕ ਚੀਜ਼ ਕੁਦਰਤ ਵੱਲੋਂ ਐਸੀ ਬਣੀ ਹੋਈ ਹੈ, ਜੋ ਅਸੀਂ ਬੀਜਿਆ ਹੋਇਆ ਉਹ ਵੱਢ ਰਹੇ ਹਾਂ, ਤੇ ਜੋ ਅੱਗੇ ਬੀਜਾਂਗੇ ਉਹ ਵੱਢਾਂਗੇ। ਸੋ ਚੰਗੇ ਕਰਮ ਕੀਤੇ ਹੀ ਨਹੀਂ ਸਨ, ਗੁਰੂ ਸਾਹਿਬ ਦੇ ਦਰਸ਼ਨ ਉਹਨਾਂ ਦੇ ਕਰਮਾਂ ਵਿੱਚ ਨਹੀਂ ਸਨ। ਤਿਨ ਕੀ ਦਸ਼ਾ ਐਸੀ ਬਿਦ ਹੋਤੇ। ਕਹਿੰਦੇ ਜਿਨ੍ਹਾਂ ਦੇ ਕਰਮ ਨਹੀਂ ਜਾਗੇ ਹੁੰਦੇ ਨਾ, ਉਹਨਾਂ ਦੀ ਇਹੋ ਜਿਹੀ ਦਸ਼ਾ ਹੁੰਦੀ ਹੈ ਵੀ ਪਰਮੇਸ਼ਰ ਉਹਨਾਂ ਦੇ ਘਰ ਆਉਂਦਾ ਹੈ, ਪਰ ਉਹ ਪਛਾਣ ਨਹੀਂ ਸਕਦੇ, ਉਹ ਉਹਦੀ ਸੇਵਾ ਨਹੀਂ ਕਰ ਸਕਦੇ। ਟਿਕ ਸਤਿਗੁਰ ਨਹਿ ਦਰਸੇ ਜਾਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਏ, ਘਰ ਆਏ ਗੰਗਾ ਤੇ ਇਸ਼ਨਾਨ ਕਰ ਨਹੀਂ ਸਕੇ, ਦਰਸ਼ਨ ਕਰ ਨਹੀਂ ਸਕੇ। ਉਹ ਵਿਚਾਰੇ ਕਿਆ ਕਰੇ ਜਾਂ ਭਾਗ ਧੁਰ ਮੰਦੇ। ਧੁਰ ਤੋਂ ਮਾੜੇ ਕਰਮ ਹੋਣ ਨਾ, ਫਿਰ ਇਹ ਹਾਲਤ ਹੁੰਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਘਰ ਆਏ ਵੀ ਤੇ ਪਿੰਡ ਵਾਲੇ, ਸ਼ਹਿਰ ਵਾਲੇ, ਜਿਹੜੇ ਰਾਜ ਮਹਿਲ ਵਾਲੇ ਗੁਰੂ ਸਾਹਿਬ ਨੂੰ ਮਿਲ ਨਹੀਂ ਸਕੇ। ਬਿਨਾ ਭਾਗ ਤੇ ਕੋ ਕਿਮ ਪਾਏ। ਕਵੀ ਜੀ ਲਿਖਦੇ ਆ, ਬਿਨਾ ਭਾਗਾਂ ਦੇ ਕੋਈ ਵੀ ਬੰਦਾ ਕੁਛ ਵੀ ਨਹੀਂ ਖੱਟ ਸਕਦਾ। ਭਾਗ ਸਗਲ ਪਦਾਰਥ ਹੈ ਜਗ ਮਾਹੀ, ਭਾਗਹੀਣ ਨਰ ਪਾਵਤ ਨਾਹੀ। ਸਾਰੇ ਪਦਾਰਥ ਦੁਨੀਆ ਤੇ ਹਨ, ਪਰ ਭਾਗ ਤੋਂ ਬਿਨਾਂ ਨਹੀਂ ਮਿਲਦਾ ਕੁਛ ਵੀ। ਕਰਮਾਂ ਤੋਂ, ਕਰਮ ਬੜੀ ਵੱਡੀ ਚੀਜ਼ ਹੈ, ਇਸ ਕਰਕੇ ਕਰਮ ਨੂੰ ਸਮਝੋ। ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ 'ਚ ਕਰਮ ਬਾਰੇ ਵੀ, ਉਪਾਸਨਾ ਬਾਰੇ ਵੀ, ਭਗਤੀ ਬਾਰੇ ਸਾਰੇ ਪੱਖ ਆਏ ਨੇ। ਤੇ ਕਰਮ ਵੀ ਬੜਾ ਬਲਵਾਨ ਹੈ। ਕਹਿੰਦੇ ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਕਰਮਾਂ ਦੀ ਗਤੀ ਬਲਵਾਨ ਹੈ, ਹਰ ਇੱਕ ਨੂੰ ਭੋਗਣੇ ਪੈਂਦੇ ਕਰਮ। ਸੋ ਕਰਮ ਮਾੜੇ ਸਨ। ਗੁਰੂ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਨਹੀਂ ਹੋਏ। ਘਰ ਵੀ ਆਏ ਗੁਰੂ ਤੇ ਸੇਵਾ ਨਹੀਂ ਕਰ ਸਕੇ। ਚੱਲ ਕਿਰਪਾਲ ਜਬ ਆਗੇ ਗਏ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਕਿਰਪਾਲੂ ਸਤਿਗੁਰੂ ਰਾਜ ਮਹਿਲ ਸ਼ਹਿਰ ਤੋਂ ਅਗਾਂਹ ਨੂੰ ਚਲੇ ਗਏ। ਨਗਰ ਮਾਲਦਾ ਪ੍ਰਾਪਤ ਭਏ। ਅੱਗੇ ਇੱਕ ਮਾਲਦਾ ਹੈ, ਉਹ ਮਾਲ ਦੇ ਨਗਰ ਜਾ ਪਹੁੰਚੇ ਹਨ। ਤਿਸ ਪਰ ਜਹ ਸੰਗਤ ਇਸ ਥਾਨ। ਉਸ ਵਿੱਚ ਵੀ ਗੁਰਦੁਆਰਾ ਸੀ, ਛੋਟਾ ਜਿਹਾ ਬਣਿਆ, ਗੁਰੂ ਕੀ ਸੰਗਤ ਦਾ ਸਥਾਨ ਸੀ, ਜਿੱਥੇ ਗੁਰੂ ਕੇ ਸਿੱਖ ਬਹਿ ਕੇ ਬਾਣੀ ਪੜ੍ਹਦੇ, ਕੀਰਤਨ ਕਰਦੇ ਸਨ। ਜਾਏ ਬਿਰਾਜੇ ਕਿਰਪਾ ਨਿਧਾਨ। ਮਹਾਰਾਜ ਉਸ ਧਰਮਸ਼ਾਲਾ ਵਿੱਚ, ਅੱਜ ਕੱਲ੍ਹ ਗੁਰਦੁਆਰਾ ਕਹਿੰਦੇ ਆ, ਪਹਿਲਾਂ ਧਰਮਸ਼ਾਲ ਕਹਿੰਦੇ ਸੀ।
ਗੁਰੂ ਤੇਗ ਬਹਾਦਰ ਸਾਹਿਬ ਧਰਮਸਾਲ ਵਿੱਚ ਪਹੁੰਚੇ ਹਨ। ਤਹ ਪੀ ਸਿੱਖਿਆ ਨ ਕਉ ਆਇਓ। ਪਰ ਪਰਮੇਸ਼ਰ ਦੀ ਕੁਦਰਤ ਮਾਲਦੇ ਦੀ ਸੰਗਤ ਵੀ ਦਰਸ਼ਨ ਕਰਨ ਨਹੀਂ ਆਈ। ਹਾਲਾਂਕਿ ਗੁਰਦੁਆਰਾ ਬਣਾਇਆ ਹੋਇਆ ਸੀ ਸ਼ਹਿਰ ਵਿੱਚ, ਉਹ ਵੀ ਗੁਰੂ ਮਹਾਰਾਜ ਦੀ ਬਾਣੀ ਪੜ੍ਹਨ ਵਾਲੇ ਵੀ ਸਨ, ਪਰ ਕੁਦਰਤ ਐਸੀ ਹੋਈ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਤੇ ਸ਼ਹਿਰ ਵਾਲਿਆਂ ਨੂੰ ਪਤਾ ਹੀ ਨਹੀਂ ਲੱਗਾ ਕਿ ਦਰਸ਼ਨ ਕਰਨ ਆਏ ਨਹੀਂ। ਸੇਵਾ ਕਰੀ ਨ ਫਲ ਕੋ ਪਾਇਓ। ਨਾ ਕੋਈ ਸੇਵਾ ਕੀਤੀ, ਨਾ ਕੋਈ ਸੇਵਾ ਦਾ ਫਲ ਮਿਲਿਆ। ਛੂਨ ਸਥਾਨ ਹੇਰ ਕਰ ਪੁੱਛਾ। ਮਹਾਰਾਜ ਨੇ ਵੇਖਿਆ ਗੁਰਦੁਆਰਾ ਵੀ ਬਣਿਆ ਪਰ ਖਾਲੀ ਹੈ, ਕੋਈ ਸੇਵਾਦਾਰ ਨਹੀਂ ਉੱਥੇ, ਕੋਈ ਲੰਗਰ ਦਾ ਬੰਦੋਬਸਤ ਕੋਈ ਨਹੀਂ, ਕੋਈ ਸੰਗਤ ਆਉਂਦੀ ਜਾਂਦੀ ਕੋਈ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਦੁਆਰਾ ਖਾਲੀ ਵੇਖ ਕੇ ਪੁੱਛਿਆ, ਕੈਸੇ ਕਰ ਸਿੱਖਿਅਨ ਤੇ ਛੂਛਾ। ਵੀ ਭਾਈ ਤੁਸੀਂ ਧਰਮਸਾਲ ਵੀ ਬਣਾਈ ਹੈ, ਐਡਾ ਵੱਡਾ ਸ਼ਹਿਰ ਹੈ ਤੇ ਸਿੱਖ ਇੱਕ ਵੀ ਕੋਈ ਨਹੀਂ ਇੱਥੇ, ਖਾਲੀ ਹੈ। ਸੰਗਤ ਕਿੱਥੇ ਗਈ? ਗੁਰਦੁਆਰੇ ਕੋਈ ਆਉਂਦਾ ਨਹੀਂ, ਦੀਵਾਨ ਨਹੀਂ ਸਜਦਾ ਇੱਥੇ, ਪਾਵਾਣੀ ਨਹੀਂ ਪੜ੍ਹਦੇ ਇੱਥੇ, ਕੜਾਹ ਪ੍ਰਸ਼ਾਦ ਦੀ ਦੇਗ ਨਹੀਂ ਬਣਦੀ ਇੱਥੇ। ਸਤਿਗੁਰੂ ਜੀ ਨੇ ਪੁੱਛਿਆ, ਆਵਤ ਜਾਤ ਨ ਦੀਖਤ ਕੋਈ। ਮਹਾਰਾਜ ਕਹਿੰਦੇ ਕੋਈ ਆਉਂਦਾ ਜਾਂਦਾ ਨਹੀਂ ਦਿਸਦਾ। ਗੁਰੂ ਘਰ ਸਵੇਰ ਦੇ ਬੈਠੇ ਬੈਠੇ ਆ ਖਾਲੀ, ਕੋਈ ਸ਼ਹਿਰ ਦਾ ਬੰਦਾ ਨਾ ਬਾਣੀ ਪੜ੍ਹਨ ਆਇਆ, ਨਾ ਮੱਥਾ ਟੇਕਣ ਆਇਆ ਗੁਰਦੁਆਰੇ ਵਿੱਚ। ਧਰਮਸਾਲ ਮਹਿ ਥਿਰ ਨ ਹਸੋਈ। ਕਹਿੰਦੇ ਧਰਮਸ਼ਾਲਾ ਵਿੱਚ ਵੀ ਕੋਈ ਬੰਦਾ ਬਿਠਾਇਆ ਨਹੀਂ, ਤੁਸੀਂ ਸੇਵਾਦਾਰ ਵੀ ਕੋਈ ਨਹੀਂ ਇੱਥੇ। ਸੁਨ ਕਰ ਸ਼੍ਰੀ ਮੁਖ ਤੇ ਇਮ ਬਾਣੀ। ਸਤਿਗੁਰੂ ਜੀ ਦੀ ਇਹ ਬਾਣੀ ਸੁਣ ਕੇ, ਮਹਾਰਾਜ ਦਾ ਸਵਾਲ ਸੁਣ ਕੇ, ਗੁਰੂ ਸਮੀਪਨ ਬਿਨੈ ਬਖਾਨੀ। ਗੁਰੂ ਸਾਹਿਬ ਦੇ ਨਿਕਟਵਰਤੀ ਜਾਣਕਾਰ ਸਿੱਖਾਂ ਨੇ ਆਖਿਆ, ਪੰਡੂਏ ਗ੍ਰਾਮ ਸੋ ਕੇਤਕ ਦੂਰ। ਮਹਾਰਾਜ ਇਥੋਂ ਮਾਲਦੇ ਤੋਂ ਦੂਰ ਇੱਕ ਪੰਡਵਾ ਪਿੰਡ ਹੈ। ਪੰਡੂਏ ਪਿੰਡ ਵਿੱਚ ਥੋੜੀ ਦੂਰੀ ਉੱਤੇ ਤਹਾ ਪਰਸ ਮਹਿ ਮੇਲਾ ਪੂਰ। ਉਹਦੇ ਪੰਡੂਏ ਪਿੰਡ ਵਿੱਚ ਸਾਲ ਪਿਛੋਂ ਮੇਲਾ ਲੱਗਦਾ ਤੇ ਗੁਰੂ ਜੀ ਅੱਜ ਮੇਲਾ ਲੱਗਾ ਹੋਇਆ ਹੈ। ਪਰਬਾਸੀ ਸਿੱਖ ਸਗਰੇ ਗਏ। ਇਸ ਸ਼ਹਿਰ ਦੇ ਸਿੱਖ ਸਾਰੇ ਉਸ ਮੇਲੇ ਤੇ ਗਏ ਹੋਏ ਨੇ। ਜਿਹੜੇ ਮਾਲਦੇ ਦੇ ਰਹਿਣ ਵਾਲੇ ਸਿੱਖ ਨੇ ਉਹ ਮਹਾਰਾਜ ਮੇਲਾ ਵੇਖਣ ਗਏ ਹੋਏ ਨੇ। ਤਿਸ ਮੇਲੇ ਮਹਿ ਪ੍ਰਾਪਤ ਭਏ। ਸਾਰੇ ਮੇਲਾ ਵੇਖ ਰਹੇ ਨੇ ਜਾ ਕੇ। ਦਿਨ ਦੋ ਇੱਕ ਮੈਂ ਸੋ ਚਲ ਆਵੈ। ਇਹ ਸਤਿਗੁਰੂ ਜੀ 2 ਦਿਨਾਂ ਦੇ ਵਿੱਚ ਉਹ ਆ ਜਾਣਗੇ ਵਾਪਸ, ਫਿਰ ਤੁਹਾਡੀ ਸੇਵਾ ਕਰਨਗੇ। ਬਹਰ ਮਿਲੈ ਜੇ ਸਤਿਗੁਰ ਭਾਵੈ। ਜੇ 2 ਦਿਨ ਆਪ ਜੀ ਉਡੀਕ ਲਵੋ ਤੇ ਸੰਗਤ ਮਾਲਦੇ ਦੀ ਆ ਕੇ ਤੁਹਾਡੇ ਦਰਸ਼ਨ ਕਰ ਲਏਗੀ। ਉਹ ਵੀ ਜੇ ਆਪ ਜੀ ਦੀ ਖੁਸ਼ੀ ਹੈ ਸਤਿਗੁਰੂ ਜੀਓ। ਸਹਿਜ ਸੁਭਾਇਕ ਗੁਰੂ ਉਚਾਰੀ। ਸਹਿ ਸੁਭਾ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਬੋਲੇ, ਮਮ ਸਿੱਖੀ ਕੇ ਨਹਿ ਅਧਿਕਾਰੀ। ਕਹਿੰਦੇ ਸਾਡੀ ਸਿੱਖੀ ਦੇ ਅਧਿਕਾਰੀ ਨਹੀਂ ਹਨ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰਸਿੱਖੀ ਬਰੀਕ ਹੈ, ਸਿਰ ਚੱਟਣ ਫੀਕੀ। ਸਿੱਖੀ ਤਾਂ ਮਰ ਕੇ ਮਿਲਦੀ ਹੈ, ਇਹ ਸਾਡੇ ਸਿੱਖ ਬਣਨ ਦੇ ਹੱਕਦਾਰ ਹੀ ਨਹੀਂ ਹਨ। 300 ਮੇਲਾ ਹੋਇਆ ਨਾ ਹਮਾਰੋ। ਮਾਰੇ ਕਹਿੰਦੇ ਇਹਨਾਂ ਨਾਲ ਸਾਡਾ ਮੇਲਾ ਹੋਣਾ ਹੀ ਨਹੀਂ। ਜਿਹੜੇ ਮੇਲਿਆਂ ਦੇ ਸ਼ੌਕੀਨ ਨੇ ਉਹ ਗੁਰੂ ਦਾ ਮੇਲਾ ਨਹੀਂ ਪ੍ਰਾਪਤ ਕਰ ਸਕਦੇ। ਦੁਨਿਆਵੀ ਮੇਲਾ ਕਰ ਲਓ ਜਾਂ ਗੁਰੂ ਨਾਲ ਮੇਲਾ ਕਰ ਲਓ, ਮੇਲਾ ਤੇ ਇੱਕ ਪਾਸੇ ਹੋਣਾ। ਮਹਾਰਾਜ ਕਹਿੰਦੇ ਇਸੇ ਗੁਰਸਿੱਖੀ ਦੇ ਅਧਿਕਾਰੀ ਨਹੀਂ ਹਨ। ਇਹਨਾਂ ਨੂੰ ਗੁਰਸਿੱਖੀ ਦਾ ਪਤਾ ਨਹੀਂ ਹੈ, ਗੁਰਮਤ ਦੀ ਸੋਝੀ ਨਹੀਂ ਹੈ। ਜਿਸ ਕੋ ਬਸਮਗ ਚਲਹਿ ਅਗਾਰੋ। ਅੱਜ ਦੀ ਰਾਤ ਆਪਾਂ ਇੱਥੇ ਰਹਿਣਾ, ਹੁਣ ਤਾਂ ਹਨੇਰਾ ਪੈ ਗਿਆ ਤੇ ਸਵੇਰੇ ਆਪਾਂ ਇੱਥੇ ਚਲੇ ਜਾਣਾ। ਆਪਾਂ ਨਹੀਂ ਉਡੀਕਣਾ ਕੋਈ ਆਵੇ ਨਾ ਆਵੇ। ਜਿਹਨੇ ਆਉਣਾ ਸੀ ਆ ਗਿਆ, ਜਿਹਦੇ ਕਰਮਾਂ ਵਿੱਚ ਸੀ ਉਹਨੇ ਦਰਸ਼ਨ ਕਰ ਲਏ। ਜਿਨ੍ਹਾਂ ਦੇ ਕਰਮਾਂ 'ਚ ਨਹੀਂ ਹੈ ਉਹਨਾਂ ਨੂੰ ਹੁਣ ਧੱਕੇ ਨਾਲ ਥੋੜਾ ਦਰਸ਼ਨ ਦੇਣੇ। ਹਾਂਜੀ, ਇੱਕ ਸਿੱਖ ਹੋਤੋ ਤਹਾ ਹਲਵਾਈ। ਜਦੋਂ ਇਹ ਵਚਨ ਕਰ ਰਹੇ ਸੀ ਨਾ ਮਹਾਰਾਜ ਜੀ, ਤਾਂ ਮਾਲਦੇ ਸ਼ਹਿਰ ਦਾ ਇੱਕ ਹਲਵਾਈ ਸਿੱਖ ਸੀਗਾ, ਗੁਰੂ ਘਰ ਨੂੰ ਮੰਨਦਾ ਸੀ। ਆਏ ਪਰਿਓ ਸਤਿਗੁਰ ਸ਼ਰਣਾਈ। ਉਹ ਆ ਗਿਆ, ਹਲਵਾਈ ਨੇ ਆ ਕੇ ਪਾਤਸ਼ਾਹ ਦੇ ਚਰਨ ਫੜ ਲਏ। ਲਖ ਮਰਜ਼ੀ ਅਰਜ਼ੀ ਤਹਿ ਕਰੀ। ਉਹਨੇ ਮਹਾਰਾਜ ਦਾ ਇਸ਼ਾਰਾ ਸਮਝ ਕੇ ਬੇਨਤੀ ਕੀਤੀ, ਮੋਹੇ ਕਾਮਨਾ ਪੂਰੀ ਪਰੀ। ਮਹਾਰਾਜ ਮੇਰੀ ਕਾਮਨਾ ਪੂਰੀ ਹੋ ਗਈ। ਮੇਰੇ ਮਨ ਵਿੱਚ ਸੀ ਵੀ ਮੇਰੇ ਕੋਲ ਗੁਰੂ ਸਾਹਿਬ ਆਉਣ ਤੇ ਮੈਂ ਦਰਸ਼ਨ ਕਰਾਂ। ਪਰਵਤ ਰਹੇ ਮਨੋਰਥ ਮੇਰੇ। ਅੱਗੇ ਵੀ ਮੇਰੇ ਬੜੇ ਮਨੋਰਥ ਤੁਸੀਂ ਪੂਰੇ ਕਰਦੇ ਰਹੇ ਹੋ। ਮੈਂ ਜਿਹੜੀ ਵੀ ਅਰਦਾਸ ਕਰਦਾ ਰਿਹਾ ਗੁਰੂ ਨਾਨਕ ਦੇਵ ਮਹਾਰਾਜ ਦੀ ਕਿਰਪਾ ਨਾਲ ਮੇਰੀ ਸੁਣੀ ਜਾਂਦੀ ਸੀ। ਤੁਹਾਡੀ ਕਿਰਪਾ ਨਾਲ ਮੇਰੇ ਸਾਰੇ ਕੰਮ ਪੂਰੇ ਹੁੰਦੇ ਰਹੇ ਨੇ ਗੁਰੂ ਜੀ। ਪਇਓ ਕਿਰਤਾਰਥ ਦਰਸ਼ਨ ਹੇਰੇ। ਅੱਜ ਮੈਂ ਆਪ ਜੀ ਦੇ ਦਰਸ਼ਨ ਕਰਕੇ ਕਿਰਤਾਰਥ ਹੋ ਗਿਆ। ਅੱਜ ਮੇਰੇ ਘਰ ਹੀ ਗੰਗਾ ਆ ਗਈ ਹੈ। ਤੁਸੀਂ ਮੇਰੇ ਸ਼ਹਿਰ 'ਚ ਆ ਗਏ ਹੋ ਸਤਿਗੁਰੂ ਜੀ। ਦੀਨ ਦਿਆਲ ਮੈਂ ਰਾਵਰ ਸ਼ਰਣੀ। ਹੇ ਦੀਨ ਦਿਆਲ ਸਤਿਗੁਰੂ, ਹੇ ਕਿਰਪਾ ਨਿਦਾਨ ਸਤਿਗੁਰੂ,
ਮੈਂ ਪਾਪੀ ਬੰਦਾ, ਮੈਂ ਤੁਹਾਡੀ ਸ਼ਰਨ ਵਿੱਚ ਹਾਂ। ਮਮ ਇੱਛਾ ਇਹ ਪੂਰੀ ਕਰਨੀ। ਬਸ ਮੇਰੀ ਇੱਕ ਅਰਦਾਸ ਹੈ, ਮੇਰੀ ਇੱਛਾ ਪੂਰੀ ਕਰ ਦਿਓ। ਮਮ ਕਰ ਕੋ ਪਕਵਾਨ ਮਹਾਨਾ। ਮਹਾਰਾਜ ਮੈਂ ਵਧੀਆ ਵਧੀਆ ਮਠਿਆਈਆਂ ਬਣਾਉਣਾ, ਵਧੀਆ ਮਹਾਰਾਜ ਬਰਫੀਆਂ, ਰਸਗੁੱਲੇ, ਗੁਲਾਬ ਜਾਮਣਾ ਤੇ ਵਧੀਆ ਵਧੀਆ ਮਹਾਰਾਜ ਜੀ ਮੈਂ ਪਕਵਾਨ, ਪੱਕੀਆਂ ਮਠਿਆਈਆਂ ਤਿਆਰ ਕਰਦਾ ਹਾਂ। ਕਰਨਾ ਧਾਰ ਕਰਹੁ ਸੋ ਖਾਨਾ। ਆਪ ਕਿਰਪਾ ਕਰੋ, ਮੇਰੇ ਹੱਥ ਦੀ ਬਣੀ ਹੋਈ ਮਠਿਆਈ ਛਕੋ। ਇਹ ਮੈਨੂੰ ਸੇਵਾ ਦਿਓ ਵੀ ਮੈਨੂੰ ਆਪ ਜੀ ਹੁਣ ਮੇਰੇ ਸ਼ਹਿਰ ਵਿੱਚ ਆਏ ਹੋ ਤੇ ਮੈਂ ਸੁਚਮ ਦੇ ਨਾਲ, ਪਵਿੱਤਰਤਾ ਦੇ ਨਾਲ ਬਣਾਵਾਂਗਾ ਤੇ ਆਪ ਜੀ ਭੋਗ ਲਾਓ ਸੱਚੇ ਪਾਤਸ਼ਾਹ। ਦੇਖ ਪਾਓ ਤਿਸ ਕੇ ਮਨ ਕੇਰਾ। ਉਸ ਹਲਵਾਈ ਦਾ ਭਾਵ ਦੇਖ ਕੇ, ਉਹਦਾ ਪ੍ਰੇਮ ਦੇਖ ਕੇ ਆਇਸ ਕਰੀ ਗੁਰੂ ਤਿਸ ਬੇਰਾ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਹੁਕਮ ਦਿੱਤਾ ਹੈ। ਹਰਖਤ ਹੋਏ ਤਿਨ ਪਲੋ ਬਣਾਏ। ਠੀਕ ਹੈ ਭਾਈ, ਬਣਾ ਲੈ। ਉਹ ਬੜਾ ਖੁਸ਼ ਹੋਇਆ ਹਲਵਾਈ। ਉਹਨੇ ਬੜੀ ਸੁਚਮ ਦੇ ਨਾਲ, ਬੜੇ ਵਧੀਆ ਤਰੀਕੇ ਨਾਲ ਗੁਰੂ ਸਾਹਿਬ ਵਾਸਤੇ ਚੰਗਾ ਪਦਾਰਥ ਪਾ ਕੇ ਚੰਗੀਆਂ ਸੋਹਣੀਆਂ ਸੁੰਦਰ ਮਠਿਆਈਆਂ ਤਿਆਰ ਕੀਤੀਆਂ ਹਨ। ਭਾਂਤ ਭਾਂਤ ਪਕਵਾਨ ਪਕਾਇਆ। ਭਾਂਤ ਭਾਂਤ ਦੇ ਪਕਵਾਨ ਪੱਕੇ, ਵਧੀਆ ਵਧੀਆ ਖਾਣੇ ਤਿਆਰ ਕੀਤੇ ਹਨ। ਮਹਾ ਪ੍ਰੇਮ ਕੋ ਤਾਰਤ ਲਿਆਇਓ। ਤੇ ਬੜੇ ਪ੍ਰੇਮ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਲਿਆ ਕੇ ਛਕਾਇਆ ਹੈ। ਸਤਿਗੁਰ ਆਗੇ ਆਨ ਟਿਕਾਇਆ। ਮਹਾਰਾਜ ਦੇ ਅੱਗੇ ਵਧੀਆ ਵਧੀਆ ਪਕਵਾਨ, ਚੰਗੀਆਂ ਚੰਗੀਆਂ ਮਠਿਆਈਆਂ ਟਿਕਾਈਆਂ ਲਿਆ ਕੇ ਰੱਖੀਆਂ ਹਨ। ਪ੍ਰੀਤ ਸਿੱਖਿਆ ਕੀ ਦੇਖ ਉਦਾਰਾ। ਉਸ ਸਿੱਖ ਦੀ ਪ੍ਰੀਤ ਵੇਖ ਕੇ, ਉਹਦਾ ਪਿਆਰ ਵੇਖ ਕੇ ਰਚ ਸੋ ਕੀਨਸ ਖਾਨ ਆਹਾਰਾ। ਮਹਾਰਾਜ ਸੱਚੇ ਪਾਤਸ਼ਾਹ ਬੜੇ ਪ੍ਰੇਮ ਨਾਲ ਉਹਦਾ ਲੰਗਰ, ਉਹਦਾ ਪ੍ਰਸ਼ਾਦ, ਉਹਦੀ ਬਣੀਆਂ ਹੋਈਆਂ ਮਠਿਆਈਆਂ ਛਕੀਆਂ ਹਨ। ਦਾਸਨ ਕੇ ਸਮੇਤ ਤ੍ਰਿਪਤਾਏ। ਆਪ ਹੀ ਨਹੀਂ ਛਕੀਆਂ, ਸਾਰੀ ਸੰਗਤ ਸਮੇਤ ਛਕੀਆਂ, ਦਾਸਾਂ ਸਮੇਤ, ਸੇਵਕਾਂ ਸਮੇਤ। ਹਲਵਾਈ ਨੇ ਖੁੱਲੇ ਪਕਵਾਨ ਬਣਾਏ। ਗੁਰੂ ਸਾਹਿਬ ਦੀ ਫੌਜ ਨੂੰ ਵੇਖ ਕੇ, ਸੰਗਤ ਨੂੰ ਵੇਖ ਕੇ ਸਾਰਿਆਂ ਨੂੰ ਪਕਵਾਨ ਛਕਾਏ ਹਨ। ਕਰ ਪਖਾਰ ਪਟ ਪਹੁੰਚ ਸਹਾਏ। ਤੇ ਫਿਰ ਹੱਥ ਧੋਏ ਹਨ, ਗੁਰੂ ਸਾਹਿਬ ਜੀ ਦੇ ਹੱਥ ਧੋਏ ਹਨ। ਮਹਾਰਾਜ ਸੱਚੇ ਪਾਤਸ਼ਾਹ ਨੇ ਹੱਥ ਤਕੜੇ ਕੀਤੇ ਹਨ। ਤਿਸ ਪਰ ਖੁਸ਼ੀ ਭਏ ਗੁਰ ਦਿਆਲ। ਹੱਥ ਧੋ ਕੇ ਉਸ ਹਲਵਾਈ ਤੇ ਮਿਹਰ ਦੀ ਦ੍ਰਿਸ਼ਟੀ ਕੀਤੀ ਹੈ, ਉਹ ਤੇ ਖੁਸ਼ੀ ਕੀਤੀ ਹੈ ਸਤਿਗੁਰੂ ਜੀ ਨੇ। ਛਿਨਕ ਬਿਖੈ ਸਿਖ ਕੀਨ ਨਿਹਾਲ। ਛਿਨ ਮਾਤਰ ਵਿੱਚ ਹੀ ਨਿਹਾਲ ਕਰ ਦਿੱਤਾ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ। ਐਸੀ ਕਿਰਪਾ ਦ੍ਰਿਸ਼ਟੀ ਪਾਈ ਹੈ। ਭਾਈ ਉਹ ਜਿਹੜਾ ਹਲਵਾਈ ਸੀ ਨਾ ਮਾਲ ਦੇ ਸ਼ਹਿਰ ਦਾ, ਉਹ ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ ਕਰ ਦਿੱਤਾ ਹੈ। ਕਰਿਓ ਕੂਚ ਢਾਕੇ ਦਿਸ਼ ਚੱਲੇ। ਫਿਰ ਮਹਾਰਾਜ ਉੱਥੋਂ ਚਾਲਾ ਪਾ ਕੇ ਢਾਕੇ ਵੱਲ ਤੁਰ ਪਏ ਹਨ। ਅੱਗੇ ਦੀ ਕਥਾ ਆਪਾਂ ਪ੍ਰੇਮ ਨਾਲ ਸਰਵਣ ਕਰਾਂਗੇ। ਢਾਕੇ ਵਿੱਚ ਭਾਈ ਬੁਲਾਕੀ ਦਾਸ ਮਸੰਦ ਰਹਿੰਦਾ ਸੀ। ਉਹਦੀ ਮਾਤਾ ਗੁਰੂ ਸਾਹਿਬ ਨੂੰ ਉਡੀਕਦੀ ਸੀ ਵੀ ਮਹਾਰਾਜ ਦਰਸ਼ਨ ਦੇਣਗੇ। ਉਹ ਮਾਈ ਦਾ ਕਿੰਨਾ ਪ੍ਰੇਮ ਸੀ, ਕਿੰਨੀ ਸ਼ਰਧਾ ਸੀ। ਜਿਵੇਂ 6ਵੇਂ ਪਾਤਸ਼ਾਹ ਨੂੰ ਸਾਧ ਸੰਗਤ ਜੀ ਸ੍ਰੀਨਗਰ ਦੀ ਮਾਤਾ ਭਾਗ ਭਰੀ ਯਾਦ ਕਰਦੀ ਸੀ, ਇੱਦਾਂ 9ਵੇਂ ਪਾਤਸ਼ਾਹ ਨੂੰ ਬੰਗਲਾਦੇਸ਼ ਦੀ ਉਹ ਮਾਤਾ ਯਾਦ ਕਰਦੀ ਸੀ। ਵੱਖਰੇ ਵੱਖਰੇ ਦੇਸ਼ਾਂ ਵਿੱਚ ਬੜੀਆਂ ਬੜੀਆਂ ਰੱਬ ਦੀਆਂ ਪਿਆਰੀਆਂ ਰੂਹਾਂ ਰਹਿੰਦੀਆਂ, ਗੁਰੂ ਸਾਹਿਬ ਨੂੰ ਉਡੀਕਦੀਆਂ। ਉਹਨਾਂ ਰੂਹਾਂ ਨੂੰ ਮਹਾਰਾਜ ਦਰਸ਼ਨ ਦੇਣ ਜਾਂਦੇ। ਇਹ ਸਾਰੀ ਕਥਾ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ